ਨਿਕਲਿਆ ਭਾਈ ਜੀ ਮੈਂ ਪਹੁੰਚ ਗਿਆ ਲਾਰੀ ਅੱਡੇ ਤੋਂ ਬਾਅਦ ਯਾਰ ਹੁਣੀ ਬਹਿ ਗਏ ਜੀ ਵੈਗਨ ਦੇ ਵਿੱਚ। ਮੈਂ ਕਿਹਾ ਕਿੱਧਰ ਚੱਲਾਂ ਤੁਹਾਨੂੰ ਵੀ ਦੱਸਦਾ। ਬਸ ਫਿਰ ਭਾਈ ਜੀ ਵੈਗਨ ਦੇ ਵਿੱਚ ਮੈਂ ਜਿਵੇਂ ਬੈਠਾ ਵੈਗਨ ਵਾਲੇ ਨੇ ਵੀ ਦੇਤੀ ਰੇ। ਤੁਸੀਂ ਜਿਹੜੀ ਜਗ੍ਹਾ ਦੇਖ ਰਹੇ ਆ ਸਰਗੋਧੇ ਤੋਂ 4 ਘੰਟੇ ਦਾ ਸਫ਼ਰ ਕਰਨੇ ਤੋਂ ਬਾਅਦ ਇਹ ਜਗ੍ਹਾ ਆਈ। ਇਧਰੋਂ ਮੈਂ ਪਹੁੰਚ ਗਿਆ ਫਿਰ ਇੱਕ ਦਰਿਆ ਤੇ ਦਰਿਆ ਹੈ ਕਿਹੜਾ ਜੀ ਤੁਸੀਂ ਦੱਸਣਾ ਮੈਨੂੰ ਕਮੈਂਟ ਦੇ। ਇੰਨੀ ਦੂਰ ਤੇ ਇੰਨਾ ਲੰਬਾ ਸਫ਼ਰ ਕਰਕੇ ਮੈਂ ਕੀ ਕਰਨ ਗਿਆ ਤੁਹਾਨੂੰ ਮੈਂ ਦੱਸਦਾ। ਮੈਂ ਇੰਨੀ ਦੂਰ ਸਿਰਫ ਸ਼ੇਰ ਨੂੰ ਦੇਖਣ ਗਿਆ। ਅਸਲਾਮ ਵਾਲੇਕਮ ਪਿੰਡ ਵਾਲਿਓ, ਕੀ ਹਾਲ ਚਾਲ ਹੈ? ਸ਼ੁਰੂ ਕਰਦੇ ਆ ਅੱਜ ਦਾ ਮਿੱਠਾ ਔਰ ਪਿਆਰਾ ਜਿਹਾ ਵਿਲੋ। ਇਹਦੇ ਨਾਲ ਬਹਿ ਗਿਆ ਮੈਂ ਸਕੂਟਰ ਤੇ। ਮੈਂ ਕਿਹਾ ਤਲਾ ਭਾਈ ਜਾਣ ਦੇ ਸ਼ਹਿਰ ਨੂੰ। ਕਹਿੰਦਾ ਕੀ ਕਰਨ ਜਾਣਾ? ਮੈਂ ਕਿਹਾ ਯਾਰ ਭੁੱਖ ਕਾਫੀ ਲੱਗੀ ਆ, ਸ਼ਹਿਰ ਜਾ ਕੇ ਮੇਰਾ ਦਿਲ ਆ ਚਾਵਲ ਖਾ ਕੇ। ਭਾਈ ਜੀ ਉਹੀ ਗੱਲ ਹੋਈ, ਯਾਰਾਂ ਨੇ 2 ਪਲੇਟਾਂ ਚਾਵਲਾਂ ਦੀਆਂ ਮੰਗਾਈਆਂ। ਇੱਧਰ ਦੇਖਾਂ ਤੇ ਪਿੰਡ ਦੇ ਯੰਗਸਟਰ ਮੁੰਡੇ ਖਾਂਦੇ ਪਏ ਆ ਜੀ ਰੋਟੀ। ਪਹੁੰਚ ਗਏ ਸਰਗੋਧਾ ਦੇ ਲਾਰੀ ਅੱਡੇ। ਬਹੁਤ ਹੀ ਜ਼ਿਆਦਾ ਵੱਡਾ ਆ ਜੀ ਸਰਗੋਧਾ ਸ਼ਹਿਰ ਦਾ ਲਾਰੀ। ਮੇਰੇ ਹਿਸਾਬ ਨਾਲ ਹਰ ਸ਼ਹਿਰ ਨੂੰ ਇੱਥੋਂ ਜਾਂਦੀਆਂ ਜੀ ਗੱਡੀਆਂ। ਹੁਣ ਯਾਰ ਹੁਣੀ ਬਹਿ ਗਏ ਵੈਗਨ ਦੇ ਵਿੱਚ। ਮੈਂ ਕਿਹਾ ਉਸਤਾਦ ਜੀ ਜਾਣ ਦਿਓ ਬਿਸਮਿਲ੍ਲਾ ਪਾ। ਯਾਰ ਕਿਹੜੀ ਗੱਲੋਂ ਜਾਂਦੀ ਏ ਵੈਗਨ? ਮੈਂ ਕਿਹਾ ਯਾਰ ਜਾਣ ਦੇ ਸਵਾਰੀਆਂ ਪੂਰੀਆਂ ਨਹੀਂ ਹੋਈਆਂ। ਕਹਿੰਦਾ ਹਜੇ 2 ਪਈਆਂ। ਫਿਰ ਭਾਜੀ ਅੱਧੇ ਘੰਟੇ ਤੋਂ ਬਾਅਦ 2 ਜਾ ਕੇ ਸਵਾਰੀਆਂ ਆਈਆਂ, ਫਿਰ ਜਾ ਕੇ ਚੱਲੀ ਜੀ ਵੈਗਨ। 2 ਘੰਟਿਆਂ ਬਾਅਦ ਮੈਂ ਬੈਠਾ ਰਿਹਾ ਵੈਗਨ ਦੇ ਵਿੱਚ ਹੀ। ਮੈਂ ਕਿਹਾ ਯਾਰ ਉਸਤਾਦ ਤੇਰਾ ਹਜੇ ਸਫ਼ਰ ਹੀ ਨਹੀਂ ਖਤਮ ਹੋਇਆ। ਭਾਈ ਜੀ ਕਹਿੰਦਾ ਪੂਰੇ 4 ਘੰਟਿਆਂ ਦਾ ਸਫ਼ਰ ਆ। ਉਸਤਾਦ ਕਹਿੰਦਾ ਇਹ ਨਾਨ ਸਟਾਪ ਗੱਡੀ ਆ, ਹਜੇ ਸ਼ੁਕਰ ਕੀਤਾ ਨਾਨ ਸਟਾਪ ਆ। 20 ਜਗ੍ਹਾ ਤੇ ਨੇ ਰੋਕ ਲਈ, ਪਤਾ ਨਹੀਂ ਕਿਹੜੀ ਨਾਨ ਸਟਾਪ ਆ। ਮੈਂ ਤਾਂ ਰਹਿ ਗਿਆ ਹੈਰਾਨ। ਭਾਈ ਜੀ ਮੈਂ ਬੜੀ ਗਲਤ ਜਗ੍ਹਾ ਤੇ ਗਿਆ ਸੀ। ਬਾਰ-ਬਾਰ ਕਹਿੰਦੇ ਭਾਈ ਜੀ ਇੱਧਰ ਨੂੰ ਹੋ ਤੇ ਇੱਧਰ ਨੂੰ ਹੋ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਸਵਾਰੀਆਂ ਬਾਣੀਆਂ। ਕੰਮ ਬਹੁਤ ਜ਼ਿਆਦਾ ਹੋਇਆ ਖਰਾਬ। ਜਦੋਂ ਜਾ ਕੇ ਗੱਡੀ ਖਾਲੀ ਹੋਈ ਫਿਰ ਯਾਰ ਹੁਣੀ ਲੱਥ ਕੇ ਜਲਦੀ। ਮੈਂ ਕਿਹਾ ਭਾਈ ਜਾਓ ਤੁਸੀਂ, ਮੈਂ ਆਪੇ ਹੀ ਆ ਜਾ। ਯਾਰ ਹੁਣੀ ਪਹੁੰਚ ਕੇ ਸੀ ਖਾਰੀਆਂ ਤੋਂ ਹੈਗਾ ਜੀ ਪੂਰੇ ਅੱਧੇ ਘੰਟੇ ਦਾ ਸਫ਼ਰ ਜੀ ਜੇਲਮ ਦਾ। ਯਾਰ ਹੁਣੀ ਬਹਿ ਗਏ ਰਕਸ਼ੇ 'ਚ। ਮੈਂ ਕਿਹਾ ਰਕਸ਼ੇ ਤੇ ਚੱਲਦੇ ਆ ਹੁਣ ਜੇਲਮ। ਖਾਰੀਆਂ ਤੋਂ ਜੇਲਮ ਨੂੰ ਜਾਂਦੇ ਹੋਏ ਸਫ਼ਰ ਦੇਖਾਂ ਤੇ ਬਹੁਤ ਹੀ ਜ਼ਿਆਦਾ ਹੈਗਾ ਜੀ ਪਿਆਰਾ। ਕਹਿੰਦਾ ਮੈਂ ਤੈਨੂੰ ਜੇਲਮ ਵਾਲੇ ਪੁਲ ਤੇ ਲਾ ਦੇਣਾ, ਅੱਗੋਂ ਤੂੰ ਆਪੇ ਹੀ ਜਾਣਾ। ਮੈਂ ਕਿਹਾ ਅੱਗੋਂ ਮੈਂ ਕਿਵੇਂ ਜਾਵਾਂਗਾ? ਅੱਗੋਂ ਕਹਿੰਦਾ ਹੁਣ ਤੂੰ ਆਪੇ ਹੀ ਜਾਣਾ, ਜਗਾੜ ਕੋਈ ਲਾ ਲਾ। ਇਹਨੇ ਕੋਈ ਨਹੀਂ ਦੱਸਿਆ। ਜਦੋਂ ਬਾਬੂ ਕੇ ਅੱਧਾ ਸਫ਼ਰ ਕਰ ਲਿਆ ਫਿਰ ਇਹਨੇ ਜਾ ਕੇ ਦੱਸਿਆ ਕਿ ਭਾਈ ਜੀ ਮੈਂ ਅੱਧੇ 'ਚ ਲਾ ਦੇਣਾ, ਫਿਰ ਨਾ ਕਹੀਂ। ਉਸਤਾਦ ਨੇ ਜੀ ਭਾਈ ਜੀ ਜੇਲਮ ਵਾਲੇ ਪੁਲ ਤੇ ਮੈਨੂੰ ਲਾਤਾ। ਦੇਖਾਂ ਸਾਰੇ ਰੋਡ ਹੋਏ ਆ ਬੰਦ। ਮੈਂ ਕਿਹਾ ਯਾਰ ਜਲਦੀ ਸਕੂਟਰ ਲਿਆਓ ਤੇ ਆ ਕੇ ਮੈਨੂੰ ਲੈ। ਯੰਗਸਟਰ ਮੁੰਡਿਆਂ ਨੂੰ ਕਾਲਾ ਕਰ ਰਿਹਾ ਸੀ। ਮੈਂ ਕਿਹਾ ਯਾਰ ਜਲਦੀ ਕਾਲ ਚੱਕ ਲਓ। ਮੇਰੀ ਕਾਲ ਚੱਕ ਹੀ ਨਹੀਂ ਰਹੇ ਸੀ। ਮੇਰਾ ਦਿਲ ਆ ਥੋੜਾ ਜਿਹਾ ਨਾ ਯਾਰ ਜੇਲਮ ਦਰਿਆ ਦੇ ਵਿੱਚ ਵੜਤਾ ਜਾਈਏ, ਬਾਹਰ ਕਿੱਥੋਂ ਆਣਾ? ਚਲੋ ਖੈਰ ਮੈਂ ਕਿਹਾ ਤੁਸੀਂ ਜਲਦੀ ਆਇਓ ਭਾਈ, ਮੈਂ ਕੋਈ ਨਹੀਂ ਨਾਲ। ਭਾਈ ਜੀ ਮੁੰਤਹਾ ਤੇ ਜ਼ੈਨ ਭਾਈ ਆਗੇ ਜੀ ਮੈਨੂੰ ਪਿਕ ਕਰਨ। ਯਾਰ ਹੁਣੀ ਬਹਿ ਗਏ ਜੀ 1 to 5 ਤੇ। ਮੈਂ ਕਿਹਾ ਜਾਣਦੇ ਹੁਣ ਕਿੱਧਰ ਨੂੰ ਮਿਲਣ ਆਏ ਆ ਯਾਰ ਹੁਣੀ ਪਬਜੀ ਵਾਲੇ ਗਰੁੱਪ ਨੂੰ ਜੀ। ਜੇਲਮ ਦੇਖਾਂ ਤੇ ਸਾਰੇ ਪਬਜੀ ਦੇ ਯੰਗਸਟਰ ਮੁੰਡੇ ਆ ਜੀ। ਕਿਆ ਬਾਤਾਂ ਇਹਨਾਂ ਦੀ ਮਿੱਤਰੋ, ਰੈਂਡਮ ਮਿਲੇ ਸੀ ਪਬਜੀ ਦੇ ਵਿੱਚ। ਦੇਖੋ ਤੇ ਹੁਣ ਯਾਰ ਬੇਲੀ ਹੋਏ ਆ ਜੀ ਅਸੀਂ ਪੱਕੇ। ਹਾਂਜੀ ਫਿਰ ਇੱਕ ਹੋਰ ਸ਼ੇਰ ਆ ਤੇ ਦੂਸਰਾ ਕਿੱਥੇ ਖੜਾ? ਹਾਂਜੀ ਮਿੱਤਰੋ, ਫਿਰ ਜੇਲਮ ਦੇ ਵਿੱਚ ਇੱਕ ਟਾਊਨ ਆ, ਉਹਦੇ ਵਿੱਚ ਬਹੁਤ ਹੀ ਜ਼ਿਆਦਾ ਵੱਡੀ ਬਣੀ ਹੋਈ ਆ ਪਾਰਕ, ਜਿਹਦੇ ਵਿੱਚ ਖਤਰਨਾਕ ਝੂਲਿਆਂ ਤੋਂ ਅਸੀਂ ਵੀ ਕੋਈ ਨਹੀਂ ਡਰਦੇ। ਯਾਰ ਹੁਣੀ ਵੀ ਬਹਿ ਗਏ। ਦੇਖਾਂ ਤੇ ਮਿੱਤਰੋ ਬੜਾ ਉੱਚੇ ਨੂੰ ਜਾਂਦਾ ਯਾਰ ਇਹ। ਇੱਕ ਹੋਰ ਖਤਰਨਾਕ ਝੂਲਾ ਨਜ਼ਰ ਆਇਆ, ਚੈੱਕ ਕਰੋ ਯਾਰ ਕਿੰਨਾ ਜ਼ਿਆਦਾ ਹੈਗਾ ਜੀ ਵਿੱਚ। ਭਾਈ ਜੀ ਸੁਣਿਆ ਇਹਨੂੰ ਕਹਿੰਦੇ ਜੀ ਅਸਮਾਨੀ ਝੂਲਾ। ਇਹ ਦੇਖੋ ਮਿੱਤਰੋ ਵਾਵਾ ਹੀ ਉੱਚਾ ਯਾਰ। ਮੈਂ ਕਿਹਾ ਇਹ ਤਾਂ ਫੁੱਲ ਹੀ ਨਹੀਂ ਹੁੰਦਾ ਹੋਣਾ। ਕਹਿੰਦਾ ਜਦੋਂ ਫੁੱਲ ਹੋਣਾ ਉਦੋਂ ਹੀ ਇਹ ਚਲਾਣਾ। ਭਾਈ ਜੀ ਕਾਫੀ ਰਾਤ ਹੋ ਗਈ ਸੀ, ਥੱਕ ਵੀ ਗਏ ਸੀ। ਦੇਖਾਂ ਤੇ ਯੰਗਸਟਰ ਮੁੰਡੇ ਬੈਠੇ ਆ ਜੀ ਗੱਡੀ ਦੇ ਵਿੱਚ। ਮੈਂ ਕਿਹਾ ਯੰਗਸਟਰ ਮੁੰਡਿਆਂ ਦੇ ਨਾਲ ਬਹਿ ਕੇ ਫੋਲ ਲਈਏ ਦੁੱਖ। ਅੱਧਾ ਡਿਨਰ ਕਰਨੇ ਵਾਸਤੇ ਯਾਰ ਹੁਣੀ ਪਹੁੰਚ ਗਏ ਜੀ ਇੱਕ ਟਿੱਕੇ ਵਾਲੀਆਂ ਦੁਕਾਨ ਤੇ, ਜਿੱਥੇ ਮੂੰਹ ਚ ਆ ਗਿਆ ਪਾਣੀ। ਮੈਂ ਕਿਹਾ ਜਲਦੀ ਯਾਰ ਟਿੱਕੇ ਮੰਗਾਓ। ਸੈयद ਭਾਈ ਕਹਿੰਦਾ ਯਾਰ ਮੈਨੂੰ ਵੀ ਬੜੀ ਭੁੱਖ ਲੱਗੀ ਆ। ਮੈਂ ਕਿਹਾ ਮੰਗਾਓ ਫਿਰ ਜਲਦੀ ਭਾਈ। ਭਾਜੀ ਟਿੱਕੇ ਅੱਗੇ ਹਾਜ਼ਰ ਖਿਦਮਤ ਹੋ ਗਏ। ਦੇਖਾਂ ਤੇ ਜਲਦੀ ਯਾਰਾਂ ਨੇ ਕੀਤਾ ਆਪਰੇਸ਼ਨ। ਖਾ ਪੀ ਕੇ ਸਵਾਦ ਆਈ ਤਾਂ ਸਾਰਾ ਹੀ ਆ ਗਿਆ। ਭਾਈ ਜੀ ਦੇਖਾਂ ਤੇ ਪਬਜੀ ਦਾ ਸਕਾਡ ਅੱਜ ਘੁੰਮਦਾ ਫਿਰਦਾ ਓਪਨ ਚ। ਮੈਂ ਕਿਹਾ ਯਾਰ ਕਿਤੇ ਕਮਰੇ ਚੱਲਦੇ ਆ। ਨਾਲ ਹੀ ਦੇਖਾਂ ਤੇ ਕਮਰਾ ਵੀ ਬੁੱਕ ਕੀਤਾ ਹੋਇਆ ਸੀ ਜਿੱਥੇ ਅਸੀਂ ਭਾਈ ਜੀ ਸੋਣਾ। ਕਮਰਾ ਮੈਂ ਲੱਗਿਆ ਸੌਣ। ਮੈਂ ਬਹੁਤ ਥੱਕੇ। ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ। ਪਾਕਿਸਤਾਨ ਜ਼ਿੰਦਾਬਾਦ।